ਜੀਵਨ ਕੌਤਕ ਸੰਤ ਬਾਬਾ ਮਹਾਂ ਹਰਨਾਮ ਸਿੰਘ ਜੀ ਭਾਗ ਪਹਿਲਾ। ਭਗਤੇ ਪਹੁੰਚਣਾ। ਇਸ ਥਾਂ 'ਤੇ 1 ਸਾਲ ਟਿਕਣ ਤੋਂ ਬਾਅਦ ਇੱਥੋਂ ਚੱਲਦੇ ਚੱਲਦੇ ਭਗਤੇ ਪਹੁੰਚ ਗਏ। ਭਗਤੇ ਵਿੱਚ ਭਾਈ ਹੀਰਾ ਸਿੰਘ ਜੀ, ਭਾਈ ਚੰਚਲ ਸਿੰਘ ਜੀ ਅਤੇ ਭਾਈ ਦਿੱਤਾ ਸਿੰਘ ਜੀ ਭਾਈ ਬਹਿਲੋ ਦੇ ਖਾਨਦਾਨ ਵਿੱਚੋਂ ਸਨ। ਪੱਤੀ ਸੇਲਵਰਾਇਆ ਦੇ ਵਿੱਚ ਸਨ। ਤਿੰਨੇ ਹੀ ਸਗੇ ਭਾਈ ਸਨ। ਪਹਿਲੋਂ ਪਹਿਲ ਪਿੰਡ ਦੇ ਨੇੜੇ ਇੱਕ ਛੱਪੜ ਸੀ, ਉਸ ਦੇ ਕਿਨਾਰੇ ਆਸਣ ਲਾਇਆ। ਕੁਝ ਦਿਨਾਂ ਬਾਅਦ ਭਾਈ ਹੀਰਾ ਸਿੰਘ ਜੀ ਬਾਬਾ ਜੀ ਦੇ ਦਰਸ਼ਨ ਕਰਕੇ ਜਲ ਪਾਣੀ ਦੀ ਸੇਵਾ ਕਰਨ ਲਈ ਘਰ ਲੈ ਆਏ ਅਤੇ ਆਪ ਜੀ ਨੇ ਕੜਾਹ ਪ੍ਰਸ਼ਾਦ ਦੀ ਰਸਦ ਮੰਗੀ। ਉਹਨਾਂ ਨੇ ਦੇ ਦਿੱਤੀ। ਬਾਬਾ ਜੀ ਨੇ ਉਹਨਾਂ ਦੇ ਘਰ ਹੀ ਕੜਾਹ ਪ੍ਰਸ਼ਾਦ ਆਪੇ ਬਣਾ ਕੇ ਅੰਦਰ ਹੀ ਸਾਰਾ ਛਕ ਗਏ ਅਤੇ ਬਰਤਨ ਸਾਫ਼ ਕਰਕੇ ਬਾਹਰ ਨੂੰ ਚਲੇ ਗਏ। ਉਸ ਤੋਂ ਪਿੱਛੋਂ ਦੁੱਧ ਛਕਾਉਣ ਦੀ ਸੇਵਾ ਕਰਦੇ ਰਹੇ। ਦੁੱਧ ਵੀ ਛਕਦੇ ਸਨ। ਇਹਨਾਂ ਤਿੰਨਾਂ ਭਾਈਆਂ ਵਿੱਚੋਂ ਬਾਬਾ ਹੀਰਾ ਸਿੰਘ ਨਿੱਤਾ ਪ੍ਰਤੀ ਦੁੱਧ ਲੈ ਕੇ ਜਾਂਦਾ ਹੁੰਦਾ ਸੀ। ਜਿੰਨਾ ਦੁੱਧ ਭਾਈ ਹੀਰਾ ਸਿੰਘ ਨੇ ਲੈ ਕੇ ਜਾਣਾ, ਬਾਬਾ ਜੀ ਨੇ ਸਾਰਾ ਛਕ ਲੈਣਾ। ਇੱਕ ਦਿਨ ਬਾਬਾ ਹੀਰਾ ਸਿੰਘ ਜੀ ਨੂੰ ਫੁਰਨਾ ਹੋਇਆ ਕਿ ਬਾਬਾ ਜੀ ਦੁੱਧ ਨਾਲ ਤ੍ਰਿਪਤ ਨਹੀਂ ਹੁੰਦੇ। ਇਹ ਸੋਚ ਕੇ ਉਹਨਾਂ ਨੇ ਆਪਣੇ ਦੂਸਰੇ ਭਾਈਆਂ ਤੋਂ ਦੁੱਧ ਲੈ ਕੇ ਇੱਕ ਟੋਕਣੀ, ਜਿਸ ਨੂੰ ਵਲਟੋਈ ਵੀ ਕਹਿੰਦੇ ਹਨ, ਉਸ ਦਾ ਤਕਰੀਬਨ 20 ਕੁ ਸੇਰ ਵਜ਼ਨ ਹੋਏਗਾ, ਭਰ ਕੇ ਬਾਬਾ ਜੀ ਪਾਸ ਪਹੁੰਚ ਗਏ। ਬਾਬਾ ਜੀ ਨੇ ਉਸ ਦੇ ਬੈਠੇ ਬੈਠੇ ਸਾਰਾ ਦੁੱਧ ਛਕ ਲਿਆ। ਬਾਬਾ ਹੀਰਾ ਸਿੰਘ ਹੈਰਾਨ ਹੋ ਗਏ। ਸਭ ਕੁਝ ਵੇਖ ਕੇ ਬੋਲੇ, ਸਾਦਾ ਤੇਰੇ ਭੂਤ ਵੱਸ ਕੀਤੇ ਹਨ, ਇੰਨਾ ਦੁੱਧ ਪੀ ਗਿਆ ਹੈ। ਬਾਬਾ ਜੀ ਨੇ ਹੱਸ ਕੇ ਉੱਤਰ ਦਿੱਤਾ, ਹਾਂ, ਕੀ ਤੂੰ ਵੇਖਣਾ ਚਾਹੁੰਦਾ ਹੈ? ਬਾਬਾ ਹੀਰਾ ਸਿੰਘ ਜੀ ਨੇ ਕੁਝ ਗੁੱਸੇ ਦੇ ਲਹਿਜੇ ਵਿੱਚ ਕਿਹਾ, ਵਿਖਾ ਦੇਈਂ। ਇਉਂ ਕਹਿ ਕੇ ਬਾਬਾ ਹੀਰਾ ਸਿੰਘ ਘਰ ਨੂੰ ਆ ਗਏ। ਕੁਝ ਦਿਨਾਂ ਬਾਅਦ ਬਾਬਾ ਹੀਰਾ ਸਿੰਘ ਹੋਰੀ ਜੰਗਲ ਮੈਦਾਨ ਬਾਹਰ ਗਏ। ਜਦੋਂ ਬਾਬਾ ਹੀਰਾ ਸਿੰਘ ਜੰਗਲ ਹੋ ਕੇ ਉੱਠੇ ਤਾਂ ਕੀ ਵੇਖਦੇ ਹਨ, ਇੱਕ 10-11 ਸਾਲ ਦੀ ਉਮਰ ਦਾ ਲੜਕਾ, ਜਿਸ ਦੀਆਂ ਸਿਰ ਤੋਂ ਬਾਵਰੀਆਂ ਖੁੱਲ੍ਹੀਆਂ ਹਨ ਅਤੇ ਉੱਚੀ ਉੱਚੀ ਰੌਲਾ ਪਾਉਂਦਾ, ਬਾਬਾ ਹੀਰਾ ਸਿੰਘ ਵੱਲ ਭੱਜ ਕੇ ਆ ਰਿਹਾ ਅਤੇ ਕਿਹਾ, ਬਚਾਈਂ ਬਾਬਾ। ਉਸ ਨੇ ਇਹ ਸਮਝ ਕੇ ਕਿ ਇਸ ਲੜਕੇ ਨੂੰ ਹੋਰ ਮੁੰਡੇ ਮਾਰਦੇ ਹੋਣਗੇ, ਆਪਣੇ ਕੋਲ ਬੁਲਾ ਲਿਆ। ਉਸ ਮੁੰਡੇ ਨੇ ਆ ਕੇ ਪਹਿਲਾਂ ਤਾਂ ਲੱਕ ਨੂੰ ਜੱਫੀ ਪਾ ਲਈ, ਫਿਰ ਪਿਛਲੇ ਪਾਸੇ ਇੱਕ ਜ਼ੋਰ ਦਾ ਪੰਜਾ ਮਾਰਿਆ, ਜਿਸ ਦੇ ਨਿਸ਼ਾਨ ਪੂਰੀ ਤਰ੍ਹਾਂ ਸਰੀਰ 'ਤੇ ਖਲੋ ਗਏ ਅਤੇ ਸੁੱਧ ਬੁੱਧ ਭੁੱਲ ਗਈ। ਪਿਛਾਂਹ ਪਰਤ ਦੇਖਿਆ ਤਾਂ ਉੱਥੇ ਕੁਝ ਨਹੀਂ ਸੀ। ਇਸੇ ਹਾਲਤ ਵਿੱਚ ਘਰ ਨੂੰ ਆ ਗਏ। ਜਦੋਂ ਘਰ ਵਾਲਿਆਂ ਨੇ ਪੁੱਛਿਆ ਤਾਂ ਕੇਵਲ ਇਤਨਾ ਹੀ ਕਿਹਾ, ਜੋ ਕੁਛ ਹੋਣਾ ਸੀ ਹੋ ਗਿਆ, ਹੁਣ ਮੈਂ ਬਚ ਨਹੀਂ ਸਕਦਾ। ਥੋੜ੍ਹੇ ਦਿਨਾਂ ਬਾਅਦ ਇਹ ਬਾਬਾ ਹੀਰਾ ਸਿੰਘ ਜੀ ਸਵਰਗਵਾਸ ਹੋ ਗਏ। ਇਸ ਤੋਂ ਬਾਅਦ ਇਸ ਪਰਿਵਾਰ ਨੇ ਬਾਬਾ ਜੀ ਦੀ ਇੱਛਾ ਅਨੁਸਾਰ ਗੱਡੇ 'ਤੇ ਬਿਠਾ ਕੇ ਬਾਬਾ ਮਹਾਂ ਹਰਨਾਮ ਸਿੰਘ ਜੀ ਨੂੰ ਸਰੀਏ ਵਾਲੇ ਛੱਡ ਦਿੱਤਾ। ਵਿਚਾਰ। ਮਹਾਂਪੁਰਖਾਂ ਦੀ ਬਿਰਤੀ ਪਰਮੇਸ਼ਰ ਵਿੱਚ ਲੀਨ ਹੁੰਦੀ ਹੈ। ਕਿਸੇ ਸਮੇਂ ਵੀ ਉਸ ਆਨੰਦ ਵਿੱਚੋਂ ਬਿਰਤੀ ਪੁੱਟਦੇ ਨਹੀਂ। ਸਰੀਰਕ ਕਿਰਿਆ, ਬੋਲਣ ਚਾਲਣ ਸੁਤੇ ਸਿੱਧ ਹੀ ਹੁੰਦਾ ਰਹਿੰਦਾ ਹੈ। ਜੇ ਕਿਸੇ ਪ੍ਰੇਮੀ ਨਾਲ ਵੀ ਕਿਸੇ ਕਿਸਮ ਦਾ ਕੋਈ ਬਚਨ ਹੁੰਦਾ ਹੈ, ਉਹ ਉਸ ਦੀ ਭਾਵਨਾ ਦੇ ਅਨੁਸਾਰ ਹੀ ਹੋ ਜਾਂਦਾ ਹੈ। ਵਰ ਅਤੇ ਸ਼ਰਾਬ ਮਨ ਦੇ ਕੰਮ ਹਨ। ਗੁੱਸੇ ਵਿੱਚ ਆ ਕੇ ਸ਼ਰਾਬ, ਖੁਸ਼ੀ ਵਿੱਚ ਆ ਕੇ ਵਰ। ਬਾਬਾ ਹੀਰਾ ਸਿੰਘ ਜੀ ਦੇ ਮਨ ਅਨੁਸਾਰ ਹੀ ਇਹ ਗੱਲ ਵਰਤੀ। ਮਹਾਂਪੁਰਖ ਦਾ ਦਰਸ਼ਨ ਜਾਂ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਕੀ ਮੰਗੀਏ। ਸਤਿਗੁਰ ਕਥਨ ਕਰਦੇ ਹਨ, ਪੁੱਛੋ ਸੰਤ ਮੇਰੋ ਠਾਕੁਰ ਕੈਸਾ। ਮਹਾਂਪੁਰਖਾਂ ਤੋਂ ਭਾਵਨਾ ਅਨੁਸਾਰ ਫਲ ਮਿਲਦਾ ਹੈ। ਜਿਨ੍ਹਾਂ ਕੋਲ ਰੱਬ ਨਾਲ ਮਿਲਾਪ ਕਰਾਉਣ ਦੀ ਸੱਤਿਆ ਹੈ, ਉਹਨਾਂ ਲਈ ਭੂਤ ਵਿਖਾ ਦੇਣੇ ਕੋਈ ਵੱਡੀ ਗੱਲ ਨਹੀਂ। ਸੁਤੇ ਸਿੱਧ ਹੀ ਕੀਤਾ ਬਚਨ ਅਟਲ ਹੋ ਗਿਆ ਅਤੇ ਕੁਝ ਸਮਾਂ ਵੀ ਨਹੀਂ ਲੱਗਿਆ। ਸੋ ਮਹਾਂਪੁਰਖ ਦੀ ਸੇਵਾ ਕਰਨ ਵਾਲੇ ਦੇ ਮਨ 'ਚ ਜੋ ਫੁਰਨਾ ਬਣਿਆ, ਮਹਾਂਪੁਰਖ ਦੇ ਬਚਨ ਅਨੁਸਾਰ ਤਤਕਾਲ ਹੀ ਪੂਰਾ ਹੋ ਗਿਆ। ਸੇਵਾ ਕਰਨ ਵਾਲਿਆਂ ਉੱਤੇ ਸੇਵਾ ਵਿੱਚ ਲੱਗਿਆਂ ਐਸੇ ਕਈ ਮੌਕੇ ਆਉਂਦੇ ਹਨ। ਇੱਕ ਮੌਕਾ ਉਹ ਵੀ ਆਉਂਦਾ ਹੈ ਜਦੋਂ ਮਹਾਂਪੁਰਖ ਉਪਦੇਸ਼ ਕਰਦੇ ਹਨ। ਉਹ ਉਪਦੇਸ਼ ਸੁਣਨ ਵਾਲੇ ਦੇ ਹਿਰਦੇ 'ਤੇ ਉਕਰਿਆ ਜਾਂਦਾ ਹੈ। ਸਾਨੂੰ ਉਸ ਸਮੇਂ ਦਾ ਪਤਾ ਨਹੀਂ, ਪਰੰਤੂ ਮਹਾਂਪੁਰਖ ਜਾਣਦੇ ਹੁੰਦੇ ਹਨ ਉਸ ਵਕਤ ਨੂੰ। ਮਹਾਂਪੁਰਖ ਉਪਦੇਸ਼ ਕਰਦੇ ਹਨ। ਸੰਗਤ ਬੇਸ਼ੱਕ ਕਿਤਨੀ ਬੈਠੀ ਹੋਵੇ, ਜਿਸ ਦੇ ਪਰਥਾਏ ਹੋਏਗਾ,
ਉਸ ਦੇ ਹਿਰਦੇ ਵਿੱਚ ਹੀ ਵਸੇਗਾ। ਇੱਕ ਮਨ ਦੀ ਇਹ ਵੀ ਅਵਸਥਾ ਹੈ ਕਿ ਆਪਣੇ ਆਪ ਹੀ ਕੋਈ ਚਿਤਵਨੀ ਕਰ ਲੈਣੀ ਤੇ ਉਹ ਕਿਸੇ ਵਕਤ ਪੂਰੀ ਹੋ ਜਾਣੀ। ਕਈ ਵਾਰ ਸੇਵਕ ਸੇਵਾ ਕਰਨ ਵਾਲੇ ਦੀ ਚਿਤਵਨੀ ਇਹੋ ਬਣਦੀ ਹੈ ਤੇ ਪੂਰੀ ਹੋ ਜਾਂਦੀ ਹੈ। ਜਿਵੇਂ ਰਾਜਾ ਜਨਕ ਨੇ ਆਪਣੇ ਸੇਵਕ ਨੂੰ ਹੁਕਮ ਦਿੱਤਾ, ਹਿਮਾਲਿਆ ਤੋਂ ਪਾਣੀ ਲੈ ਕੇ ਆ। ਉਹ ਚਲਾ ਗਿਆ। ਰਸਤੇ ਵਿੱਚ ਜਾਂਦੇ ਹੋਏ ਨੇ ਸੋਚਿਆ ਕਿ ਮੈਂ ਰਾਜਾ ਹੁੰਦਾ ਤਾਂ ਆਪਣੀ ਇੱਛਾ ਅਨੁਸਾਰ ਜਿੱਥੋਂ ਚਿੱਤ ਕਰਦਾ ਉੱਥੋਂ ਚੀਜ਼ ਮੰਗ ਲੈਂਦਾ। ਜਨਕ ਅੰਤਰਜਾਮੀ ਜਾਣ ਗਏ। ਜਿਸ ਵਕਤ ਜਲ ਲੈ ਆਇਆ, ਜਲ ਛਕ ਕੇ ਜਨਕ ਪ੍ਰਸੰਨ ਹੋਇਆ ਤੇ ਸੇਵਕ ਨੂੰ ਕਿਹਾ, ਮੈਂ ਤੈਨੂੰ ਰਾਜ ਭਾਗ ਬਖਸ਼ਿਆ। ਜਨਕ ਜੀ ਬੋਲੇ, ਜਦੋਂ ਤੈਨੂੰ ਅਸੀਂ ਜਲ ਲੈਣ ਭੇਜਿਆ ਸੀ, ਜਿਹੜਾ ਤੂੰ ਉਦੋਂ ਫੁਰਨਾ ਕੀਤਾ ਸੀ, ਪਹਿਲਾਂ ਉਹ ਪੂਰਾ ਕਰਕੇ ਫਿਰ ਮੁਕਤੀ ਮਿਲੇਗੀ ਅਤੇ ਮੁਕਤੀ ਦੇਣ ਲਈ ਤੈਨੂੰ ਗੁਰੂ ਨਾਨਕ ਦਾ ਮਿਲਾਪ ਹੋਏਗਾ ਕਲਯੁਗ ਦੇ ਸਮੇਂ ਵਿੱਚ। ਸੋ ਇਵੇਂ ਹੀ ਹੋਇਆ। ਦੇਖੋ ਨਾਨਕ ਪ੍ਰਸੰਗ ਰਾਜੇ ਕਵਲ ਨੈਣ ਦੇ ਪ੍ਰਸੰਗ ਵਿੱਚ ਸਫਾ 612 ਐੜਾ 56। ਐਸੀ ਅਵਸਥਾ ਵੀ ਆਉਂਦੀ ਹੈ ਜੋ ਫੁਰਨਾ ਬਣ ਗਿਆ ਉਹ ਪੂਰਾ ਹੋ ਗਿਆ। ਉਸ ਤੋਂ ਬਾਅਦ ਭਾਈ ਹੀਰਾ ਸਿੰਘ ਜੀ ਦੇ ਖਾਨਦਾਨ ਵਾਲੇ ਬਾਬਾ ਜੀ ਪਾਸ ਆਉਂਦੇ ਰਹੇ। ਉਹਨਾਂ ਦਾ ਬਾਬਾ ਜੀ ਬੜਾ ਮਾਣ ਕਰਦੇ ਰਹੇ ਅਤੇ ਕਹਿਣਾ, ਤੁਸੀਂ ਭਾਈ ਕੇ ਹੋ, ਵੱਡੇ ਹੋ। ਇਹ ਪ੍ਰਸੰਗ ਬਾਬਾ ਨਰੈਣ ਸਿੰਘ ਜੀ ਅਤੇ ਮਾਸਟਰ ਕਰਨੈਲ ਸਿੰਘ ਤੋਂ ਮਿਲਿਆ। ਸਰੀਏ ਵਾਲੇ ਦੀ ਵਾਰਤਾ। ਸਰੀਏ ਵਾਲੇ ਪਿੰਡ ਦੇ ਚੜ੍ਹਦੇ ਪਾਸੇ ਬਾਹਰ ਇੱਕ ਬੇਰੀ ਸੀ। ਉਸ ਦੇ ਹੇਠ ਨਿਵਾਸ ਕੀਤਾ। ਕਈ ਪ੍ਰੇਮੀ ਦਰਸ਼ਨ ਕਰਨ ਆਉਂਦੇ ਰਹੇ। ਇੱਥੇ ਜਿਨ੍ਹਾਂ ਪ੍ਰੇਮੀਆਂ ਨੇ ਸੇਵਾ ਕੀਤੀ ਉਹ 3 ਬ੍ਰਾਹਮਣ ਭਰਾ ਸਨ। 2 ਰਾਮਗੜੀਏ ਭਾਵ ਮਿਸਤਰੀ ਸਨ। ਰੁਲੀਆ ਰਾਮ, ਹਰਨਾਮ ਅਤੇ ਛੋਟਾ ਤੁਲਸੀ ਇਹ ਬ੍ਰਾਹਮਣ ਸਨ। ਕੰਗੇ ਘਾੜਾ ਕਾਹਨ ਸਿੰਘ ਵੱਡਾ, ਫੂਲਾ ਸਿੰਘ ਕਵੀਸ਼ਰ ਛੋਟਾ। ਇਹਨਾਂ ਦਾ ਪਿੱਛਾ ਮਾਝੇ ਦਾ ਹੋਣ ਕਰਕੇ ਮਝੈਲ ਕਹਿੰਦੇ ਸਨ। ਨਾਨਕੀ ਢੇਰੀ 'ਤੇ ਰਹਿੰਦੇ ਸਨ। ਇੱਥੇ ਤਕਰੀਬਨ ਚੇਤ ਦੇ ਮਹੀਨੇ ਆਏ। ਢਿੱਲਵਾਂ ਦੇ ਖੇਤ ਵਿੱਚ ਰਹੇ। ਪ੍ਰੇਮੀਆਂ ਛਪਰੀ ਬੰਨ੍ਹ ਦਿੱਤੀ। ਉੱਪਰ ਦੱਸੇ ਹੋਏ ਪ੍ਰੇਮੀਆਂ ਵਿੱਚੋਂ ਕੋਈ ਪ੍ਰਸ਼ਾਦ ਪਾਣੀ ਦੇ ਜਾਂਦਾ ਸੀ। ਇੱਥੇ ਬਾਬਾ ਜੀ ਕੋਲ ਪਿੱਤਲ ਦੀ ਬਾਟੀ ਸੀ। ਸਭ ਕਿਸਮ ਦੇ ਭੋਜਨ ਉਸੇ ਵਿੱਚ ਇਕੱਠਾ ਕਰਕੇ ਛਕ ਲੈਂਦੇ ਸਨ ਅਤੇ ਹਰ ਵਕਤ ਮੂੰਹ ਉੱਤੇ ਕੱਪੜਾ ਰੱਖਣਾ, ਕਿਸੇ ਨਾਲ ਕੋਈ ਖਾਸ ਗੱਲ ਨਹੀਂ ਕਰਨੀ। ਹੋਰ ਕਈ ਨਗਰ ਵਾਲਿਆਂ ਨੇ ਜੋ ਕਿਤੇ ਕੋਈ ਗੱਲ ਕਰਨੀ, ਕਿਤੇ ਕੋਈ ਉੱਤਰ ਦੇਣਾ, ਕਿਤੇ ਚੁੱਪ ਕਰ ਜਾਣਾ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾ ਹੈ। ਪਰਵਾਹ ਨਾਹੀਂ ਕਿਸੇ ਕੇਰੀ, ਬਾਝ ਸੱਚੇ ਨਾ ਹੈ। ਬੇਪਰਵਾਹ ਹੀ ਰਹਿੰਦੇ ਸਨ। ਇੱਥੋਂ ਭਾਈ ਨੰਦ ਲਾਲ ਸਾਹਿਬ ਦੇ ਇਸ ਸ਼ੇਰ ਨੂੰ ਬਾਬਾ ਜੀ ਦੀ ਅਵਸਥਾ ਨਾਲ ਮਿਲਦਾ ਵੇਖ ਕੇ ਆਪਣੀ ਸਮਝ ਅਨੁਸਾਰ ਲਿਖਦਾ ਹਾਂ। ਮਾਰ ਦਰ ਮੰਜ਼ਿਲ ਜਾਣਾ ਹਮਾ, ਐਸੋ ਹਮਾ ਸ਼ਾਦੀ। ਜਰਸ ਬੇਹੂਦਰ ਮੇ ਨਾਲੰਦ, ਕੂਜਾ ਬੰਦੇਮ ਮਹਿ ਮਿਲਹਾ। ਮੰਜ਼ਿਲ ਮਿੱਤਰ ਦੀ ਮੈਨੂੰ ਖੁਸ਼ੀਆਂ, ਇਹ ਰਸਤਾ ਮਨ ਭਾਵੇ। ਸ਼ਾਂਤੀ ਆਵੇ ਬਫਾਇਦਾ, ਘੜਿਆਲ ਵਜੰਦਾ। ਲੱਦਾ ਕਿੱਥੇ ਕਚਾਵੇ, ਝੂਠੇ ਧਾਵੇ। ਪੁਰਾਣੇ ਸਮੇਂ ਇਹ ਰਿਵਾਜ਼ ਹੁੰਦਾ ਸੀ, ਜਿਹੜੇ ਲੋਕਾਂ ਨੇ ਕਿਤੇ ਜਾਣਾ ਹੁੰਦਾ ਸੀ ਉਹ ਇਕੱਠੇ ਹੋ ਕੇ ਤੁਰਦੇ ਸਨ। ਰਾਤ ਨੂੰ ਜਿੱਥੇ ਟਿਕਾਣਾ ਕਰਨਾ ਉੱਥੇ ਸਵੇਰੇ ਤੁਰਨ ਤੋਂ ਕੁਝ ਸਮਾਂ ਪਹਿਲਾਂ ਘੜਿਆਲ ਵੱਜਦਾ ਹੁੰਦਾ ਸੀ, ਜਿਸ ਦਾ ਮਤਲਬ ਹੁੰਦਾ ਸੀ ਕਿ ਕਾਫਲੇ ਦੇ ਤੁਰਨ ਦਾ ਸਮਾਂ ਹੋ ਗਿਆ। ਉਸੇ ਵਕਤ ਸਭ ਮੁਸਾਫਿਰ ਆਪੋ ਆਪਣਾ ਸਮਾਨ ਬੰਨ੍ਹ ਕੇ ਤੁਰਨ ਲਈ ਤਿਆਰ ਹੋ ਜਾਂਦੇ ਸਨ। ਸੋ ਭਾਈ ਸਾਹਿਬ ਨੇ ਕਥਨ ਕੀਤਾ ਹੈ, ਰੱਬ ਦੇ ਰਸਤੇ ਤੁਰਨਾ ਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਹੈ। ਹੋਰ ਦੁਨੀਆਦਾਰੀ ਕੰਮ ਕਰਨ, ਮਾਇਕ ਵਸੀਲੇ ਮੇਰੇ ਮਨ ਨੂੰ ਖਿੱਚ ਨਹੀਂ ਪਾਉਂਦੇ। ਮੇਰਾ ਆਉਣਾ ਜਾਣਾ, ਭਰਮਾਣਾ ਭਟਕਣਾ ਸਭ ਖਤਮ ਹੋ ਗਿਆ ਹੈ। ਆਵਣ ਜਾਣ ਰਿਹੋ, ਆਵਤ ਹਰਖ ਨ ਜਾਵਤ ਦੂਖਾ। ਨਹਿ ਵਿਆਪੇ ਮਨ ਰੋਗਨੀ, ਸਦਾ ਆਨੰਦ ਗੁਰ ਪੂਰਾ ਪਾਇਆ। ਤੋ ਉਤਰੀ ਸਗਲ ਵਿਯੋਗਨੀ। ਸੋ ਇਉਂ ਸਮਾਂ ਬਤੀਤ ਕੀਤਾ। ਸਰੀਏ ਵਾਲੇ ਬਾਬਾ ਜੀ ਕੋਲ ਇੱਕ ਮਹਿਰਾ ਪਾਣੀ ਲੈ ਕੇ ਆਉਂਦਾ ਹੁੰਦਾ ਸੀ। ਉਸ ਨੇ ਕਿਤੇ ਪਾਣੀ ਲੈ ਕੇ ਆਏ ਨੇ ਕੀ ਵੇਖਿਆ, ਸੰਤ ਸਰੀਰ ਛੱਡ ਗਏ। ਅਸਲ ਵਿੱਚ ਆਪ ਪਏ ਹੋਏ ਹੀ ਸਮਾਧੀ ਲੀਨ ਸਨ। ਉਸ ਨੇ ਵੇਖ ਕੇ ਪਿੰਡ ਜਾ ਕੇ ਗੱਲ ਕੀਤੀ। ਸੁਣ ਕੇ ਹੋਰ ਲੋਕ ਵੀ ਆ ਗਏ। ਵੇਖ ਕੇ ਵਿਚਾਰ ਕਰਨ ਲੱਗੇ ਕਿ ਹੁਣ ਕੀ ਕਰੀਏ। ਕੋਈ ਕੁਛ ਕਹੇ ਅਤੇ ਕੋਈ ਕੁਛ। ਅਖੀਰ ਉਹਨਾਂ ਨੇ ਸਲਾਹ ਕੀਤੀ ਕਿ ਇਹਨਾਂ ਨੂੰ ਮੰਜੇ 'ਤੇ ਪਾ ਕੇ ਕਿਤੇ ਦੂਰ ਛੱਡ ਆਓ। ਜਿਸ ਵਕਤ ਇਹ ਵਿਉਂਤ ਬਣਾਈ, ਕੁਦਰਤੀ ਬਾਬਾ ਜੀ ਨੇ ਸਮਾਧੀ ਖੋਲ੍ਹੀ ਅਤੇ ਉੱਠ ਕੇ ਬੈਠ ਗਏ। ਉਹ ਵੇਖ ਕੇ ਹੈਰਾਨ ਹੋ ਗਏ ਅਤੇ ਹੌਲੀ ਹੌਲੀ ਉੱਠ ਕੇ ਘਰਾਂ ਨੂੰ ਚਲੇ ਗਏ। ਇਹ ਬਚਨ ਸੇਮੇ ਨਗਰ ਦੇ ਇੱਕ ਸਿੰਘ ਨੇ ਦੱਸਿਆ ਹੈ। ਅਤੇ ਕੁਝ ਦਿਨਾਂ ਬਾਅਦ ਇੱਕ ਦਿਨ ਆਪ ਬੈਠੇ ਸਨ
ਪਿੜਾਂ ਦਾ ਮੌਕਾ ਸੀ। ਕੁਝ 5-7 ਮੁੰਡੇ ਇਕੱਠੇ ਹੋ ਕੇ ਆ ਗਏ। ਪਹਿਲਾਂ ਤਾਂ ਬੈਠੇ ਗੱਲਾਂ ਕਰਦੇ ਰਹੇ, ਫਿਰ ਕਹਿਣ ਲੱਗੇ, ਸੰਤ ਜੀ ਤੁਸੀਂ ਮੂੰਹ ਤੋਂ ਕੱਪੜਾ ਲਾ ਕੇ ਸਾਨੂੰ ਦਰਸ਼ਨ ਦਿਓ। ਤੁਸੀਂ ਹਰ ਵਕਤ ਆਪਣਾ ਮੂੰਹ ਢੱਕ ਕੇ ਕਿਉਂ ਰੱਖਦੇ ਹੋ? ਬਾਬਾ ਜੀ ਨੇ ਉੱਤਰ ਦਿੱਤਾ, ਮੂੰਹ ਤੋਂ ਕੱਪੜਾ ਉਤਾਰਨ ਦਾ ਸਮਾਂ ਨਹੀਂ ਆਇਆ। ਉਹਨਾਂ ਨੇ ਫਿਰ ਕਿਹਾ, ਨਹੀਂ ਇੱਕ ਵੇਰਾਂ ਤਾਂ ਲਾਹੋ। ਬਾਬਾ ਜੀ ਨੇ ਫਿਰ ਕਿਹਾ, ਮੂੰਹ ਤੋਂ ਕੱਪੜਾ ਲਾ ਦਿੱਤਾ ਤਾਂ ਚਾਨਣ ਹੋ ਜਾਂਦਾ ਹੈ। ਮੁੰਡੇ ਮਤਲਬ ਸਮਝ ਨਾ ਸਕੇ, ਜਿੱਦ ਪੈ ਗਏ। ਇੱਕ ਮੁੰਡੇ ਨੇ ਜ਼ਬਰਦਸਤੀ ਮੂੰਹ ਤੋਂ ਕੱਪੜਾ ਉਤਾਰ ਦਿੱਤਾ। ਉਸੇ ਵਕਤ ਹੀ ਸਾਹਮਣੇ ਪਿੜ ਪਏ ਸਨ। ਲਾਗੇ ਪਿੜ ਨੂੰ ਅੱਗ ਲੱਗ ਗਈ, ਕਿਉਂਕਿ ਬਾਬਾ ਜੀ ਦਾ ਮੁੱਖ ਪਿੜਾਂ ਵੱਲ ਹੀ ਸੀ। ਅੱਗ ਲੱਗਣ ਤੋਂ ਬਾਅਦ ਮੁੰਡੇ ਤਾਂ ਭੱਜ ਗਏ ਅਤੇ ਜਾਂਦੇ ਜਾਂਦੇ ਪਿੜਾਂ ਵਿੱਚ ਲੋਕਾਂ ਨੂੰ ਸਭ ਦੱਸ ਵੀ ਗਏ। ਕੁਝ ਲੋਕ ਤਾਂ ਅੱਗ ਬੁਝਾਉਣ ਲੱਗੇ, ਕੁਝ ਬਾਬਾ ਜੀ ਪਾਸ ਆਏ, ਬੇਨਤੀ ਕੀਤੀ ਕਿ ਮਹਾਰਾਜ ਸਾਰਾ ਪਿੰਡ ਸੜ ਜਾਏਗਾ, ਮੁੰਡਿਆਂ ਨੇ ਬਹੁਤ ਗਲਤੀ ਕੀਤੀ ਹੈ, ਮਿਹਰ ਕਰੋ, ਅੱਗ ਨੂੰ ਸ਼ਾਂਤ ਕਰੋ। ਉਸੇ ਵਕਤ ਹੀ ਪੱਛਮ ਦੀ ਤਰਫੋਂ ਮੀਂਹ ਹਨੇਰੀ ਇੱਕਦਮ ਹੀ ਆ ਗਿਆ। ਇਤਨੇ ਜ਼ੋਰ ਦੀ ਮੌਲੇਧਾਰ ਬਾਰਿਸ਼ ਹੋਈ ਕਿ ਜੋ ਕੁਝ ਪਹਿਲੇ ਸੜ ਗਿਆ ਸੋ ਸੜ ਗਿਆ, ਹੋਰ ਸਭ ਕੁਝ ਬਚ ਗਿਆ। ਉਸੇ ਹਨੇਰੀ ਵਿੱਚ ਆਪ ਇੱਥੋਂ ਅਚਾਨਕ ਹੀ ਕਿਸੇ ਪਾਸੇ ਨੂੰ ਚਲੇ ਗਏ। ਕਈਆਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮਿਲੇ ਨਹੀਂ। ਉਸ ਤੋਂ ਕਈ ਸਾਲ ਬਾਅਦ ਭੁੱਚੋ ਆਏ ਅਤੇ ਦਰਸ਼ਨ ਕਰਕੇ ਪਛਾਣ ਕੀਤੀ ਕਿ ਇਹ ਤਾਂ ਉਹੀ ਹਨ। ਇਹ ਪ੍ਰਸੰਗ ਸੰਤ ਸ੍ਰੀ ਰਾਮ ਸਿੰਘ ਜੀ ਮਲੂਕੇ ਵਾਲਿਆਂ ਤੋਂ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।